एडवर्टाइजमेंट ਤਾਂ ਰੋਕਤੀ ਗਵਰਨਮੈਂਟ ਜੀ ਪਰ ਕੀ ਇਹ ਚੈੱਕ ਕੀਤਾ ਗਵਰਨਮੈਂਟ ਨੇ ਕਿ ਉਹ ਦਵਾਈ ਸੇਲ ਤਾਂ ਨਹੀਂ ਹੋ ਰਹੀ ਵਰਲਡ ਦੇ ਵਿੱਚ ਹਾਲੇ ਤੱਕ ਕਰੋਨਾ ਕੋਵਿਡ-19 ਦਾ ਨਾ ਤਾਂ ਕੋਈ ਵੈਕਸੀਨ ਬਣਿਆ ਜੀ ਤੇ ਨਾ ਹੀ ਕੋਈ ਇਹਦਾ ਪ੍ਰੀਵੈਂਟਿਵ ਟ੍ਰੀਟਮੈਂਟ ਤੇ ਨਾ ਹੀ ਕੋਈ ਇਹਦਾ ਟ੍ਰੀਟਮੈਂਟ ਹਾਲੇ ਤੱਕ ਠੱਗੀ ਵਾਲਾ ਕੰਮ ਹੋਵੇ 550 ਰੁਪਏ ਦਾ ਇੱਕ ਕਿੱਟ ਦੇਤੀ ਨਾ ਮਾਫੀਯੋਗ ਜੁਰਮ ਕੀਤਾ ਨਾ ਮਾਫੀਯੋਗ ਜੁਰਮ ਹੈ, ਖਾਸ ਕਰ ਟੀਵੀ ਪੰਜਾਬ ਦੇਖ ਰਹੇ ਕੁੱਲ ਦੁਨੀਆ 'ਚ ਫਸਦੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਦੋਸਤੋ, ਜਿਵੇਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨਾਲ ਦੋ ਚਾਰ ਹੋ ਰਹੀ ਹੈ। ਇਸ ਸੰਬੰਧ ਵਿੱਚ ਸਰਕਾਰਾਂ, ਬਹੁਤ ਸਾਰੀਆਂ ਸੰਸਥਾਵਾਂ, ਖਾਸ ਕਰ ਵਿਸ਼ਵ ਸਿਹਤ ਸੰਸਥਾ ਜਾਂ ਹੋਰ ਜਿੰਨੇ ਵੀ ਇਸ 'ਚ ਤਿਲ ਫੁੱਲ ਪਾ ਸਕਣ ਵਾਲੇ ਸਮਰੱਥ ਲੋਕ ਨੇ, ਉਹ ਆਪਣੀ ਵਾਹ ਲਾ ਰਹੇ ਨੇ ਕਿ ਦੁਨੀਆ ਨੂੰ ਇਸ ਸੰਕਟ 'ਚੋਂ ਕੱਢ ਲਈਏ। ਪਰ ਅਜਿਹੇ 'ਚ ਵੀ ਬੇਸ਼ਰਮੀ ਦੀ ਹੱਦ ਇਹ ਹੈ ਕਿ ਮੈਡੀਕਲ ਖੇਤਰ ਨਾਲ ਜੁੜੇ ਹੋਏ ਲੋਕ ਜਾਂ ਇਲਾਜ ਪ੍ਰਣਾਲੀਆਂ ਨਾਲ ਜੁੜੇ ਹੋਏ ਲੋਕ ਜਿਹੜੇ ਨੇ, ਇਸ ਨੂੰ ਵੀ ਜਿਹੜਾ ਹੈਗਾ ਇਹਦੀ ਦੁਰਵਰਤੋਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਤਾਜ਼ਾ ਮਿਸਾਲ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਹੈ, ਜਿੱਥੇ ਇੱਕ ਪ੍ਰਾਈਵੇਟ ਲੈਬਾਰਟਰੀ ਜਿਹੜੀ ਹੈ, ਜਿਹਨੂੰ ਕੋਰੋਨਾ ਵਾਇਰਸ ਦਾ ਟੈਸਟ ਕਰਨ ਦੀ ਆਗਿਆ ਮਿਲੀ ਹੋਈ ਸੀ, ਉਹਦੇ ਜੋ ਮਾਲਕ ਨੇ ਜਾਂ ਉਹਦੇ ਡਾਕਟਰ ਨੇ, ਉਹ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਹੋਏ ਨੇ। ਉਹਨਾਂ ਤੇ ਦੋਸ਼ ਹੈ ਕਿ ਉਹਨਾਂ ਨੇ ਕਾਫੀ ਸਾਰੇ ਲੋਕਾਂ ਦਾ ਟੈਸਟ ਜੋ ਕਿ ਨੈਗੇਟਿਵ ਆਇਆ ਸੀ, ਉਹਨੂੰ ਪੋਜ਼ਿਟਿਵ ਕਹਿ ਦਿੱਤਾ ਤੇ ਇਹ ਲਾਲਚ ਸੀ ਉਹਨਾਂ ਦਾ ਕਿ ਉਹ ਉਸ ਦੇ ਇਲਾਜ ਚੋਂ ਜਿਹੜਾ ਹੈਗਾ ਪੈਸਾ ਕਮਾਉਣਾ ਚਾਹੁੰਦੇ ਸੀਗੇ। ਦੂਜੀ ਗੱਲ, ਇਹਦਾ ਇੱਕ ਆਮ ਲੈਬਾਰਟਰੀ ਦੀ ਗੱਲ ਹੈ। ਦੇਸ਼ ਨੂੰ ਯੋਗਾ, ਆਯੁਰਵੇਦ ਦੇ ਮਾਮਲੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਰਿਪਰੈਜ਼ੈਂਟ ਕਰਨ ਵਾਲੇ ਬਾਬਾ ਰਾਮਦੇਵ ਦੇ ਤੌਰ ਦੇ ਉੱਤੇ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਸਤਿਕਾਰਦੇ ਹਾਂ, ਉਹਨਾਂ ਦਾ ਪਤੰਜਲੀ ਜੋ ਬ੍ਰਾਂਡ ਹੈ, ਉਹਦੇ ਤਹਿਤ ਇੱਕ ਖੰਘ ਦੀ ਦਵਾਈ, ਬੁਖਾਰ ਦੀ ਦਵਾਈ ਨੂੰ ਇਹ ਕਹਿ ਕੇ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਕੋਰੋਨਾ ਵਾਇਰਸ ਦੀ ਜਿਹੜੀ ਦਵਾਈ ਹੈ, ਪਤੰਜਲੀ ਨੇ ਲੱਭ ਲਈ ਹੈ। ਮਾਮਲਾ ਵੱਡੇ ਪੱਧਰ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਤੇ ਫੌਰੀ ਤੌਰ ਤੇ ਕੇਂਦਰ ਸਰਕਾਰ ਨੂੰ, ਖਾਸ ਕਰ ਆਯੂਸ਼ ਮੰਤਰਾਲੇ ਨੂੰ ਇਹਦਾ ਕੋਗਨੀਜੈਂਸ ਲੈਣਾ ਪਿਆ ਤੇ ਇਸ ਇਸ਼ਤਿਹਾਰ ਨੂੰ ਰੋਕਿਆ ਗਿਆ ਤੇ ਦੁਨੀਆ ਸਾਹਮਣੇ ਗੱਲ ਸਪਸ਼ਟ ਕਰਨੀ ਪਈ ਕਿ ਕੋਰੋਨਾ ਵਾਇਰਸ ਦੀ ਦਵਾਈ ਨਹੀਂ ਹੈਗੀ। ਇਸ ਮਾਮਲੇ 'ਚ ਪੰਜਾਬ ਦਾ ਕਨੈਕਸ਼ਨ ਬੜਾ ਸਿੱਧਾ ਜੁੜਦਾ ਹੈ। ਪੰਜਾਬ ਹੋਮਿਓਪੈਥਿਕ ਕੌਂਸਲ ਦੀ ਇੱਕ ਐਥਨਿਕ ਕਮੇਟੀ ਹੈ, ਜਿਹੜੀ ਨੈਤਿਕ ਤੌਰ ਦੇ ਉੱਤੇ ਦੇਖਦੀ ਹੈ ਕਿ ਇਲਾਜ ਪੱਧਤੀਆਂ, ਪ੍ਰਣਾਲੀਆਂ ਜਿਹੜੀਆਂ ਹੈਗੀਆਂ ਨੇ, ਉਹਨਾਂ ਦੀ ਕੋਈ ਦੁਰਵਰਤੋਂ ਨਾ ਕਰਕੇ ਗੁੰਮਰਾਹਕੁਨ ਪ੍ਰਚਾਰ ਨਾ ਕਰਦਾ ਹੋਏ। ਇਸ ਹੋਮਿਓਪੈਥਿਕ ਕੌਂਸਲ ਪੰਜਾਬ ਦੀ ਐਥਨਿਕ ਕਮੇਟੀ ਦੇ ਪ੍ਰੈਜ਼ੀਡੈਂਟ ਜੋ ਨੇ ਡਾਕਟਰ ਪਰਮਜੀਤ ਸਿੰਘ ਰਾਣੂ, ਜਿਨ੍ਹਾਂ ਨੂੰ ਤੁਸੀਂ ਸਹਿਜਧਾਰੀ ਸਿੱਖ ਫੈਡਰੇਸ਼ਨ ਦੇ ਕਰਤਾ ਧਰਤਾ ਵਜੋਂ ਵੀ ਜਾਣਦੇ ਹੋ, ਉਹ ਸਾਡੇ ਨਾਲ ਬਣੇ ਹੋਏ ਨੇ। ਉਹਨਾਂ ਨੇ ਆਯੂਸ਼ ਨੂੰ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਇਹ ਗੱਲ ਹੋਰ ਅੱਗੇ ਤੁਰੀ। ਡਾਕਟਰ ਰਾਣੂ, ਤੁਹਾਡਾ ਸਵਾਗਤ ਹੈ। ਪਹਿਲਾਂ ਤਾਂ ਆਪਣੀ ਸ਼ਿਕਾਇਤ ਬਾਰੇ ਦੱਸੋ, ਉਹਦਾ ਆਧਾਰ ਕੀ ਸੀਗਾ ਤੇ ਕੀ ਜਿਹੜਾ ਹੈਗਾ ਤੁਸੀਂ ਆਯੂਸ਼ ਦੇ ਸਾਹਮਣੇ ਆਪਣੀ ਗੱਲ ਰੱਖੀ ਸੀ? ਮੈਂ ਪੰਜਾਬ ਦੀ ਜਿਹੜੀ ਹੋਮਿਓਪੈਥਿਕ ਮੈਡੀਕਲ ਕਾਉਂਸਲ ਉਹਦਾ ਐਥੀਕਲ ਕਮੇਟੀ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਜੀ, ਜਦੋਂ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਕਰਕੇ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਔਰ ਉਹਦੇ ਵਿੱਚ ਕੋਵਿਡ-19 ਦੇ 100% ਕਲੇਮ ਦਾ ਦਾਅਵਾ ਜਿਹੜਾ ਪਤੰਜਲੀ ਜਿਹੜੀ ਕੰਪਨੀ ਆ, ਉਹਦੇ ਮਾਲਕ ਬਾਬਾ ਰਾਮਦੇਵ ਜੀ ਕਰ ਰਹੇ ਨੇ, ਤੇ ਮੈਂ ਉਹ ਨਿਊਜ਼ ਚੰਗੀ ਤਰ੍ਹਾਂ ਦੇਖੀ, ਸੁਣੀ ਤੇ ਉਸ ਤੋਂ ਬਾਅਦ ਜਿਹੜੀਆਂ ਗਾਈਡਲਾਈਨਸ ਗਵਰਨਮੈਂਟ ਆਫ ਇੰਡੀਆ ਦੀਆਂ ਆਈਆਂ ਹੋਈਆਂ ਨੇ, ਉਹਨਾਂ ਦੇ ਅਨੁਕੂਲ ਦੇਖਿਆ ਤੇ ਬਿਲਕੁਲ ਹੀ ਅਨਐਥੀਕਲ ਔਰ ਫਰਾਡ ਸੀ ਔਰ ਉਹਦੀ ਸਾਰੀ ਉਲੰਘਣਾ ਸੀ। ਇਸ ਕਰਕੇ ਉਹ ਉਲੰਘਣਾ ਨੂੰ ਦੇਖਦੇ ਹੋਇਆ ਮੈਂ ਇੱਕ ਬਕਾਇਦਾ ਸਾਡੇ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਐਡਵਾਈਜ਼ਰਸ ਨੇ ਹੋਮਿਓਪੈਥੀ ਦੇ, ਉਹਨਾਂ ਨਾਲ ਟੈਲੀਫੋਨਿਕਲੀ ਗੱਲ ਵੀ ਕੀਤੀ ਤੇ ਉਹਨਾਂ ਦੇ ਧਿਆਨ 'ਚ ਵੀ ਲਿਆਂਦੀ ਤੇ ਰਿਟਰਨ ਈਮੇਲ ਵੀ ਕੀਤੀ ਔਰ ਉਹਦੇ ਵਿੱਚ ਅਸੀਂ ਬਕਾਇਦਾ ਉਹ ਜਿਹੜੀਆਂ ਉਲੰਘਣਾਵਾਂ ਕੀਤੀਆਂ ਇਹਨਾਂ ਨੇ, ਉਹਨਾਂ ਨੂੰ ਕੋਟ ਕੀਤਾ ਕਿ ਇਸ ਤਰ੍ਹਾਂ ਕਰਕੇ ਆਹ ਐਡਵਾਈਜ਼ਰੀ ਜਿਹੜੀ ਤੁਹਾਡੀ ਸੀਗੀਆਂ, ਇਹਨਾਂ ਸਾਰੀਆਂ ਦੀ ਉਲੰਘਣਾ ਹੋਈ ਹੈ ਔਰ ਉਹਦੇ ਤੇ ਜਿਹੜਾ ਹੈਗਾ ਕਾਰਵਾਈ ਕੀਤੀ ਜਾਣੀ ਚਾਹੀਦੀ, ਇਹਨੂੰ ਰੋਕਿਆ ਜਾਵੇ। ਅਸੀਂ ਰੋਕਣ ਵਾਸਤੇ ਉਹਨਾਂ ਨੂੰ ਅਪੀਲ ਕੀਤੀ ਔਰ ਉਸ ਤੋਂ ਬਾਅਦ ਇਹ ਰੋਕੀ ਵੀ ਗਈ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਔਰ ਉਹਦੀ ਤਹਿਕੀਕਾਤ ਵੀ ਚੱਲ ਰਹੀ ਹੈ ਕਿ ਉਹਦੀ ਸੱਚਾਈ ਕੀ ਹੈ। ਮੈਨੂੰ ਪਹਿਲਾਂ ਦੱਸੋ ਕਿ ਜੋ 1 ਅਪ੍ਰੈਲ ਨੂੰ ਪੰਜਾਬ ਦੀ ਕੇਂਦਰ ਸਰਕਾਰ ਦੀ ਜੋ ਐਡਵਾਈਜ਼ਰੀ ਸੀ ਇਸ ਮਾਮਲੇ 'ਚ ਕਿ ਕੋਰੋਨਾ ਨੂੰ ਲੈ ਕੇ ਬਹੁਤ ਸਾਰੇ ਲੋਕ ਦਾਅਵਾ ਕਰਨਗੇ ਕਿ ਸਾਡੇ ਕੋਲ ਇਲਾਜ ਹੈ, ਕੀਤੇ ਵੀ ਨੇ ਲੋਕਾਂ ਨੇ ਦਾਅਵੇ, ਉਹ ਐਡਵਾਈਜ਼ਰੀ ਕੀ ਸੀਗੀ ਸਿੱਧੇ ਤੌਰ ਦੇ ਉੱਤੇ ਤੇ ਉਸ 'ਚ ਸਜ਼ਾ ਦਾ ਕਿਸ ਤਰ੍ਹਾਂ ਦਾ ਪ੍ਰਾਵਧਾਨ ਸੀਗਾ? ਇਹ ਸਭ ਤੋਂ ਪਹਿਲਾਂ ਤਾਂ 1 ਅਪ੍ਰੈਲ 2020 ਨੂੰ ਜਦੋਂ ਲਾਕਡਾਊਨ ਲੱਗਿਆ, ਉਸ ਤੋਂ ਜਸਟ 15 ਦਿਨ ਬਾਅਦ ਹੀ 10 ਦਿਨ ਹੋਏ, 10 ਦਿਨ ਬਾਅਦ ਹੀ ਐਡਵਾਈਜ਼ਰੀ ਜਾਰੀ ਹੋਈ ਹੈ ਮਿਨਿਸਟਰੀ ਆਫ ਆਯੂਸ਼ ਗਵਰਨਮੈਂਟ ਆਫ ਇੰਡੀਆ ਵੱਲੋਂ ਜੀ, ਜਿਹਦੇ 'ਚ ਉਹਨਾਂ ਨੇ ਆਯੂਸ਼ ਹੈਗਾ ਆਯੁਰਵੇਦ ਹੋਮਿਓਪੈਥ। ਮੈਂ ਆਯੂਸ਼ ਬਾਰੇ ਦੱਸਣਾ। ਆਯੂਸ਼ ਦਾ ਮੀਨਿੰਗ ਹੈਗਾ AYUSH, ਆਯੁਰਵੇਦ, ਯੋਗਾ, ਯੂਨਾਨੀ, ਸਿੱਧਾ ਅਤੇ ਹੋਮਿਓਪੈਥੀ ਜੀ। ਸੋ ਇਹ ਆਯੂਸ਼ ਮਿਨਿਸਟਰੀ ਦੀ ਐਡਵਾਈਜ਼ਰੀ ਹੈ ਜਿਹਦੇ 'ਚ ਸਪੈਸ਼ਲੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਕੋਈ ਵੀ ਸੰਸਥਾ ਆਯੂਸ਼ ਪ੍ਰੈਕਟੀਸ਼ਨਰਸ ਦੀ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਕੋਈ ਕਾਲਜ ਹੈ ਜਾਂ ਚਾਹੇ ਉਹ ਕੋਈ ਇੰਸਟੀਚਿਊਟ ਹੈ, ਵੀ ਕੋਈ ਐਸੀ ਐਡਵਰਟਾਈਜ਼ਮੈਂਟ ਜਾਂ ਕਲੇਮ ਨਹੀਂ ਕਰੇਗੀ ਕਿ ਅਸੀਂ ਕੋਰੋਨਾ ਦਾ ਟ੍ਰੀਟਮੈਂਟ ਕਰ ਸਕਦੇ ਹਾਂ ਜਾਂ ਅਸੀਂ ਉਹਦੀ ਪ੍ਰੀਵੈਂਸ਼ਨ ਕਰ ਸਕਦੇ ਹਾਂ।
ਅਗਰ ਉਹ ਕੋਈ ਕਰਦਾ ਹੈਗਾ ਤਾਂ ਉਹ ਡਰੱਗਸ ਐਂਡ ਕਾਸਮੈਟਿਕ ਐਕਟ ਦੇ ਤਹਿਤ ਇੱਕ ਜੁਰਮ ਹੈ ਜੀ ਜਿਹਨੂੰ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਜਿਹੜਾ ਲਾਗੂ ਹੋਇਆ ਜਿਹੜਾ ਲਾਗੂ 2005 ਦਾ ਐਕਟ ਹੈ ਜਿਹੜਾ ਬਿਲਕੁਲ ਜੀ ਉਹਦੇ ਤਹਿਤ ਮਤਲਬ ਉਹ ਇੱਕ ਬਿਲਕੁਲ ਉਲੰਘਣਾ ਹੈ ਔਰ ਉਹ 'ਤੇ ਕਾਰਵਾਈ ਕੀਤੀ ਜਾ ਸਕਦੀ ਜੀ। ਹੈ ਔਰ ਨਾਲ ਹੀ ਉਹਨਾਂ ਨੇ ਉਸ ਤੋਂ ਬਾਅਦ ਫਿਰ ਦੁਬਾਰਾ ਜੀ 2 ਜੂਨ ਨੂੰ ਦੁਬਾਰਾ ਫਿਰ ਆ ਜਿਹੜੀ ਐਡੀਸ਼ਨਲ ਲੰਗੀ 2 ਜੂਨ ਹੈ ਹਾਂਜੀ ਜੀ ਜਿਹੜੇ ਐਡੀਸ਼ਨਲ ਸੈਕਟਰੀ ਨੇ ਉੱਥੇ ਮਿਸਟਰ ਪਾਠਕ ਉਹਨਾਂ ਨੇ ਬਕਾਇਦਾ ਸਾਰੇ ਪ੍ਰਿੰਸੀਪਲ ਸੈਕਟਰੀਜ਼ ਜਿਹੜੇ ਨੇ ਦੇਸ਼ ਦੇ ਗਵਰਨਮੈਂਟ ਆਫ ਇੰਡੀਆ ਦੇ ਸਾਰੇ ਸੂਬਿਆਂ ਦੇ ਜੀ। ਸਟੇਟਸ ਦੇ ਉਹਨਾਂ ਨੂੰ ਫਿਰ ਲੈਟਰ ਇੱਕ ਡੀਓ ਲੈਟਰ ਕੱਢਿਆ ਉਹਦੇ 'ਚ ਉਹਨਾਂ ਨੇ ਸਪੈਸ਼ਲੀ ਇਹ ਵੀ ਮੈਂਸ਼ਨ ਕੀਤਾ ਕਿ ਜਿਹੜੀਆਂ ਲਾਇਸੈਂਸਿੰਗ ਅਥਾਰਟੀਜ਼ ਨੇ ਡਰੱਗ ਕੰਟਰੋਲਰਸ ਨੇ ਸਟੇਟ ਦੇ ਉਹ ਯਕੀਨੀ ਬਣਾਉਣ ਕਿ ਕੋਈ ਵੀ ਇਦਾਂ ਦੀ ਦਵਾਈ ਵਿਕਰੀ ਨਾ ਹੁੰਦੀ ਹੋਵੇ ਮਾਰਕੀਟ ਦੇ ਵਿੱਚ। ਜੀ ਅਗਰ ਫੇਰ ਵੀ ਕੋਈ ਨਹੀਂ ਹਟਦਾ ਤਾਂ ਉਹਨਾਂ ਤੇ ਬਕਾਇਦਾ FIR ਦਰਜ ਕਰਨ ਦਾ ਵੀ ਉਹਨਾਂ ਨੇ ਹੁਕਮ ਦਿੱਤਾ ਹੈ ਕਿ FIRs ਦਰਜ ਕੀਤੀਆਂ ਜਾਣਗੀਆਂ। ਜੀ ਸੋ ਇਹ ਸਿੱਧੇ ਤੌਰ ਤੇ ਜੋ ਪਤੰਜਲੀ ਦੀ ਜਾਂ ਬਾਬਾ ਰਾਮਦੇਵ ਨੇ ਜੋ ਕੋਸ਼ਿਸ਼ ਸੀ ਕਿ ਕੋਰੋਨਿਲ ਨਾਂ ਦੀ ਦਵਾਈ ਉਹਨਾਂ ਨੇ ਕੱਢੀ ਹੈ ਜੋ ਕਿ 7 ਜਾਂ 8 ਦਿਨਾਂ ਦੇ ਅੰਦਰ ਅੰਦਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਪੀੜਤਾਂ ਦਾ ਇਲਾਜ ਕਰ ਸਕਦੀ ਹੈ, ਉਹ ਸਿੱਧੇ ਤੌਰ ਦੇ ਉੱਤੇ 1 ਅਪ੍ਰੈਲ ਤੇ 2 ਜੂਨ 2020 ਵਾਲੀ ਜੋ ਦੋਵੇਂ ਇਹ ਗਾਈਡਲਾਈਨਸ ਨੇ ਜਾਂ ਡਾਇਰੈਕਟਿਵ ਆਰਡਰ ਹੈ ਜਿਹੜਾ ਡੀਓ ਲੈਟਰ ਹੈ ਉਹਦੀ ਉਲੰਘਣਾ ਨੇ ਸਪਸ਼ਟ ਤੌਰ ਤੇ ਜੋ ਕਾਨੂੰਨ ਕਹਿੰਦਾ ਹੈ ਜਾਂ ਆਪਦਾ ਪ੍ਰਬੰਧਨ ਕਾਨੂੰਨ 2005 ਜਿਹੜਾ ਸੋਧਿਤ ਹੋਇਆ ਅਮੈਂਡਮੈਂਟ ਐਕਟ ਜਿਹੜਾ ਲਾਗੂ ਹੋਇਆ ਇਸ ਵਕਤ ਦੇਸ਼ 'ਚ ਮੇਰੇ ਖਿਆਲ 'ਚ 5 ਮਾਰਚ ਤੋਂ ਇਹ ਲਾਗੂ ਹੋਇਆ ਤੇ 5 ਮਾਰਚ 2020 ਤੋਂ ਤਾਂ ਉਹਦੇ ਤਹਿਤ FIR ਜਿਹੜੀ ਹੈਗੀ ਹੈ ਸਿੱਧੇ ਤੌਰ ਦੇ ਉੱਤੇ ਕਰਨੀ ਬਣਦੀ ਹੈ ਜੋ ਕਿ ਸੰਭਵ ਤੌਰ ਤੇ ਮੇਰੇ ਖਿਆਲ 'ਚ ਹੋਣੀ ਵੀ ਚਾਹੀਦੀ ਹੈ ਇਸ ਮਾਮਲੇ ਦੇ ਵਿੱਚ। ਉਹਦੇ 'ਚ ਇਹ ਹੈਗਾ ਕਿ ਪਹਿਲਾਂ ਤਾਂ ਵਾਰਨਿੰਗ ਹੈ ਜੀ ਰੋਕਿਆ ਜਾਵੇ। ਹੁਣ ਦੇਖੋ ਇੱਥੇ ਕੀ ਹੋਇਆ ਹੈਗਾ ਇੱਥੇ ਐਡਵਰਟਾਈਜ਼ਮੈਂਟ ਤਾਂ ਰੋਕਤੀ ਗਵਰਨਮੈਂਟ ਨੇ ਜੀ ਪਰ ਕੀ ਇਹ ਚੈੱਕ ਕੀਤਾ ਗਵਰਨਮੈਂਟ ਨੇ ਕਿ ਉਹ ਦਵਾਈ ਸੇਲ ਤਾਂ ਨਹੀਂ ਹੋ ਰਹੀ ਜਾਂ ਇੰਨੇ ਸਾਰੇ ਸਟੋਰ ਨੇ ਪਤੰਜਲੀ ਦੇ ਜੀ ਔਰ ਲੋਕਾਂ ਦੇ ਵਿੱਚ ਫੋਲੋਇੰਗ ਬੜੀ ਹੈ ਬਾਬਾ ਜੀ ਦੀ ਫੋਲੋਇੰਗ ਬਹੁਤ ਹੈ ਬਿਲਕੁਲ। ਤਾਂ ਫਾਲੋਅਰਸ ਕਿਤੇ ਦਵਾਈ ਤਾਂ ਨਹੀਂ ਖਰੀਦ ਰਹੇ ਉਹਦਾ ਸੱਤ ਵਚਨ ਕਹਿ ਕੇ ਚੱਕ ਦਿੰਦੇ ਨੇ ਕੰਮ ਜੀ ਹੁਣ ਇਹਨੂੰ ਚੈੱਕ ਕਰਨ ਵਾਸਤੇ ਜਿਹੜੇ ਡਰੱਗ ਕੰਟਰੋਲਰ ਆਫ ਇੰਡੀਆ ਉਹਦੀ ਡਿਊਟੀ ਬਣਦੀ ਹੈ ਜੀ ਔਰ ਉਹਨਾਂ ਨੂੰ ਇਹਦੇ ਤੇ ਚੈੱਕ ਕਰਨ ਦੀ ਲੋੜ ਹੈ ਜੀ ਤੇ ਅਗਰ ਕੋਈ ਇਦਾਂ ਦੀ ਸੇਲ ਹੋ ਰਹੀ ਹੋਵੇ ਉੱਥੇ ਪਰਚਾ ਦਰਜ ਕਰਨ ਦੀ ਵੀ ਲੋੜ ਹੈ। ਸੋ ਇੱਕ ਗੱਲ ਤਾਂ ਸਪਸ਼ਟ ਹੈ ਜੀ ਕਿ ਜੋ ਪੈਰਾਮੀਟਰ ਜੋ ਤੈਅ ਕੀਤੇ ਗਏ ਨੇ ਖਾਸ ਕਰਕੇ ਇਸ ਖਾਸ 2 ਤਰ੍ਹਾਂ ਦੇ ਕਾਨੂੰਨ ਲਾਗੂ ਨੇ ਇਸ ਵਕਤ ਭਾਰਤ ਦੀ ਗੱਲ ਕਰੀਏ ਆਪਾਂ। ਇੱਕ ਤਾਂ ਜਿਹੜਾ ਹੈਗਾ ਮਹਾਮਾਰੀ ਕਾਨੂੰਨ ਹੈ ਜਿਹੜਾ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਹੈ 18ਵੀਂ ਸਦੀ ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ ਜਦੋਂ ਭਾਰਤ ਵਿੱਚ ਅੰਗਰੇਜ਼ ਆਏ ਸੀ ਤੇ ਉਹ ਕਾਨੂੰਨ ਨੂੰ ਮੁੜ ਕੇ ਸੋਧਾਂ ਹੋਈਆਂ ਨੇ ਉਸ ਤੋਂ ਬਾਅਦ। ਤੇ ਇੱਕ ਭਾਰਤ ਦਾ ਆਪਣਾ ਜਿਹੜਾ ਹੈਗਾ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਮੈਂਡਮੈਂਟ ਐਕਟ ਜਿਹੜਾ ਹੈਗਾ ਉਹ ਲਾਗੂ ਹੋਇਆ ਇਹਨਾਂ ਦੇ ਤਹਿਤ ਸਿੱਧੀ ਤੌਰ ਤੇ ਕਾਰਵਾਈ ਬਣਦੀ ਹੈ ਜਿਸ ਬੰਦੇ ਨੇ ਉਲੰਘਣਾ ਕੀਤੀ ਹੈ ਪਹਿਲਾਂ ਜਿਹੜਾ ਹੈਗਾ ਪ੍ਰਾਈਮਾ ਫੇਸੀਆ 'ਚ ਉਹਨੂੰ ਚੇਤਾਵਨੀ ਦੇਣ ਤੋਂ ਬਾਅਦ। ਸੋ ਇਹ ਗੱਲ ਸਪਸ਼ਟ ਹੈ ਜੀ ਡਾਕਟਰ ਰਾਣੂ ਨੇ ਇਸ ਮਾਮਲੇ 'ਚ ਜ਼ਰੂਰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਨੇ ਈਮੇਲ ਪਾਈ ਹੈ ਆਯੂਸ਼ ਨੂੰ ਤੇ ਆਯੂਸ਼ ਨੇ ਵੀ ਕੋਗਨੀਜੈਂਸ ਲਿੱਤਾ ਹੈ ਇਸ ਦਾ ਤੇ ਫੌਰੀ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਤੱਕ ਇਹ ਸੁਨੇਹਾ ਨਾਲ ਦੀ ਨਾਲ ਪਹੁੰਚਦਾ ਕਰਨ ਦੀ ਕੋਸ਼ਿਸ਼ ਹੋਈ ਹੈ ਕਿ ਬਿਲਕੁਲ ਵੀ ਇਸ ਗੁੰਮਰਾਹਕੁਨ ਪ੍ਰਚਾਰ 'ਚ ਨਾ ਫਸਣ। ਇਕੱਲੇ ਪਤੰਜਲੀ ਨਹੀਂ ਹੋਰ ਵੀ ਕਿੰਨੇ ਹੀ ਇਸ ਤਰ੍ਹਾਂ ਦੇ ਡਾਕਟਰ ਨੇ ਇਸ ਤਰ੍ਹਾਂ ਦੇ ਯੋਗਾ ਵਾਲੇ ਨੇ ਜਾਂ ਕੋਈ ਹੋਰ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ ਉੱਤੇ ਲੋਕ ਇਹ ਕਹਿ ਕੇ ਵਿਸ਼ਵਾਸ ਕਰਦੇ ਨੇ ਕਿ ਇਹਨਾਂ ਨੂੰ ਇਲਾਜ ਕਰਨਾ ਆਉਂਦਾ ਹੈ ਜਾਂ ਅਸੀਂ ਆਮ ਤੌਰ ਦੇ ਉੱਤੇ ਗਲੀ ਮੁਹੱਲੇ ਦੇ ਕਿਸੇ ਕਲੀਨਿਕ ਦੇ ਵਿੱਚ ਜਿੱਥੋਂ ਸਾਨੂੰ ਆਰਾਮ ਆਉਣ ਲੱਗ ਜਾਂਦਾ ਹੈ ਅਸੀਂ ਉਸ ਨੂੰ ਜਿਹੜਾ ਹੈਗਾ ਉਸ ਕੋਲ ਲੱਗ ਜਾਂਦੇ ਆ ਉਹਨੂੰ ਆਪਣਾ ਫੈਮਿਲੀ ਡਾਕਟਰ ਜਾਂ ਪ੍ਰਾਈਵੇਟ ਡਾਕਟਰ ਮੰਨਣ ਲੱਗ ਜਾਂਦੇ ਆ। ਕਿ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੁਝ ਇਸ ਤੋਂ ਪਹਿਲਾਂ ਕੇਸ ਆਏ ਨੇ ਪਿਛਲੇ 2-3 ਮਹੀਨਿਆਂ 'ਚ ਕਿ ਜਿਸ 'ਚ ਆਮ ਇੱਥੋਂ ਦੇ ਜੋ ਡਾਕਟਰ ਨੇ ਜਾਂ ਇੱਥੋਂ ਦੇ ਜੋ ਇਸ ਪ੍ਰੋਫੈਸ਼ਨ ਨਾਲ ਜੁੜੇ ਲੋਕ ਨੇ ਉਹਨਾਂ ਨੇ ਦਾਅਵਾ ਕੀਤਾ ਹੋਏ ਕਿ ਮੈਂ ਇਲਾਜ ਕਰ ਦੂੰਗਾ ਉਹਨਾਂ ਨੂੰ ਛੱਡ ਕੇ ਜਿਹੜੇ ਝਾੜ ਫੂਕ ਵਾਲੇ ਸੀ ਜੀ ਬਿਲਕੁਲ ਦੇਖੋ ਮੈਂ ਸਪਸ਼ਟ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਥਰੂ ਜੀ ਕਿ ਵਰਲਡ ਦੇ ਵਿੱਚ ਹਾਲੇ ਤੱਕ ਕਰੋਨਾ ਕੋਵਿਡ-19 ਦਾ ਨਾ ਤਾਂ ਕੋਈ ਵੈਕਸੀਨ ਬਣਿਆ ਜੀ ਤੇ ਨਾ ਹੀ ਕੋਈ ਇਹਦਾ ਪ੍ਰੀਵੈਂਟਿਵ ਟ੍ਰੀਟਮੈਂਟ ਤੇ ਨਾ ਹੀ ਕੋਈ ਇਹਦਾ ਟ੍ਰੀਟਮੈਂਟ ਹਾਲੇ ਤੱਕ ਆਇਆ। ਇਹ ਪੱਥਰ ਤੇ ਲਕੀਰ ਈਵਨ ਜਿਹੜਾ ਕਨਵੈਨਸ਼ਨਲ ਟ੍ਰੀਟਮੈਂਟ ਜਿਹਨੂੰ ਅਸੀਂ ਐਲੋਪੈਥੀ ਕਹਿੰਦੇ ਆ ਜੀ ਉਹ ਵੀ ਕੰਜ਼ਰਵੇਟਿਵ ਟ੍ਰੀਟਮੈਂਟ ਦੇ ਰਹੇ ਨੇ। ਮਤਲਬ ਮਰੀਜ਼ ਦੇ ਲੱਛਣਾਂ ਨੂੰ ਦੇਖ ਕੇ ਉਹਦੇ ਅਕੋਰਡਿੰਗਲੀ ਜੇ ਬੁਖਾਰ ਹੈ ਤਾਂ ਪੈਰਾਸੀਟਾਮੋਲ ਦਿੱਤੀ, ਗਲਾ ਖਰਾਬ ਹੈ ਤਾਂ ਹੋਰ ਦਵਾਈ ਦਿੱਤੀ, ਸਾਹ ਨਹੀਂ ਆ ਰਿਹਾ ਤਾਂ ਹੋਰ ਦੇ ਦਿੱਤੀ। ਇਸ ਤਰ੍ਹਾਂ ਨੂੰ ਕੰਜ਼ਰਵੇਟਿਵ ਟ੍ਰੀਟਮੈਂਟ ਕਹਿੰਦੇ ਆ ਅਸੀਂ ਸਿੰਪਟੋਮੈਟਿਕ ਟ੍ਰੀਟਮੈਂਟ ਕਹਿੰਦੇ ਆ ਔਰ ਹੋਮਿਓਪੈਥੀ ਤਾਂ ਸਾਡੀ ਸਾਰੀ ਹੈ ਹੀ ਸਿੰਪਟੋਮੈਟਿਕ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਨਾ ਹੋਮਿਓਪੈਥੀ ਦੇ ਵਿੱਚ ਨਾ ਐਲੋਪੈਥੀ ਦੇ ਵਿੱਚ ਨਾ ਆਯੁਰਵੇਦ ਦੇ ਵਿੱਚ ਕਿਸੇ ਵੀ ਪੱਧਤੀ ਦੇ ਵਿੱਚ ਅੱਜ ਤੱਕ ਗਵਰਨਮੈਂਟਸ ਜਿਹੜੀਆਂ ਕਹਿ ਰਹੀਆਂ ਨੇ ਸਪਸ਼ਟ ਕਿ ਕੋਈ ਵੀ ਐਸਾ ਇਲਾਜ ਉਪਲਬਧ ਨਹੀਂ ਹੈ ਤੇ ਸਾਨੂੰ ਐਵੇਂ ਕਿਸੇ ਦੀ ਗੱਲ ਦੇ ਪਿੱਛੇ ਆ ਕੇ ਮਤਲਬ ਉਹਦੇ 'ਚ ਫਸਣ ਦੀ ਲੋੜ ਨਹੀਂ ਕਿਉਂਕਿ ਦੇਖੋ ਇਹ ਜਿਹੜਾ ਮਹਾਮਾਰੀ ਹੈ ਇੱਕ ਬਹੁਤ ਵੱਡਾ ਪ੍ਰਕੋਪ ਹੈ ਜਿਹੜਾ ਸਾਡੇ ਦੁਨੀਆ ਦੇ ਉੱਪਰ ਇਹਦੇ 'ਤੇ ਸਾਨੂੰ ਬਚਣ ਦੀ ਲੋੜ ਹੈ। ਹਰ ਇੱਕ ਵਿਅਕਤੀ ਦੀ ਜ਼ਿੰਦਗੀ ਬੜੀ ਪ੍ਰੀਸ਼ੀਅਸ ਹੈ। ਅੱਜ ਕੁਝ ਲੋਕ ਦੁੱਖ ਹੁੰਦਾ ਹੈ ਸੁਣ ਕੇ ਕਿ ਜਦੋਂ ਬਿਜ਼ਨਸ ਦੀ ਗੱਲ ਕਰਦੇ ਆ ਪਹਿਲੀ ਗੱਲ ਤਾਂ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਇੰਨਾ ਮਤਲਬ ਮਾੜਾ ਵਕਤ ਚੱਲ ਰਿਹਾ ਵਾ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ ਖਾਣਾ ਨਹੀਂ ਮਿਲਿਆ ਲੋਕਾਂ ਨੂੰ ਲੋਕੀ ਘਰ ਤੋਂ ਬੇਘਰ ਹੋ ਚੁੱਕੇ ਨੇ ਇਹੋ ਜਿਹੇ ਮੌਕੇ ਸਾਨੂੰ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਕੋਈ ਉਹਨਾਂ ਦੇ ਪ੍ਰੋਫਿਟਸ ਜਾਂ ਬਿਜ਼ਨਸ ਦੀ ਗੱਲ ਕਰਨੀ ਚਾਹੀਦੀ ਹੈ। ਤੇ ਯੋਗ ਗੁਰੂ
ਬਾਬਾ ਰਾਮਦੇਵ ਜੀ, ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ। ਸਾਰੇ ਸਤਿਕਾਰ ਕਰਦੇ ਨੇ ਜੀ। ਮੈਂ ਮੈਂ ਤਾਂ ਪਹਿਲਾਂ ਵੀ ਕਿਹਾ ਕਿ ਉਹ ਨੁਮਾਇੰਦਗੀ ਕਰਦੇ ਨੇ ਪੂਰੀ ਦੁਨੀਆ ਦੇ ਵਿੱਚ ਇੰਡੀਆ ਦੀ। ਬਿਲਕੁਲ, ਮੈਂ ਤਾਂ ਉਹਨਾਂ ਦਾ ਪਰਸਨਲੀ ਵੀ ਫੈਨ ਸੀਗਾ। ਦੇਖੋ ਉਹਨਾਂ ਨੇ ਇੱਕ ਇੰਟਰਨੈਸ਼ਨਲ ਰੈਵੋਲੂਸ਼ਨ ਲਿਆਂਦਾ ਬਿਲਕੁਲ ਯੋਗਾ ਬਾਰੇ, ਠੀਕ ਹੈ। ਅੱਜ ਜੇ ਉਹ ਯੋਗਾ ਦੇ ਜ਼ਰੀਏ ਸਾਨੂੰ ਕੋਈ ਇਮਿਊਨਿਟੀ ਬਿਲਡ ਕਰਨ ਵਾਸਤੇ ਗੱਲ ਦੱਸਦੇ ਨੇ ਤਾਂ ਸਾਨੂੰ ਉਹਦਾ ਸਵਾਗਤ ਹੈ। ਪਰ ਲੇਕਿਨ ਅਗਰ ਤੁਸੀਂ ਆਪਣੀ ਜਿਹੜੀ ਇੱਕ ਬਿਜ਼ਨਸ ਕੰਪਨੀ ਆ ਉਹਨੂੰ ਪ੍ਰਮੋਟ ਕਰਨ ਲਈ ਤੁਸੀਂ ਇਸ ਤਰ੍ਹਾਂ ਦਾ ਬਿਜ਼ਨਸ ਲੈ ਕੇ ਆਉਂਦੇ ਹੋ ਜਿਹਦੇ ਨਾਲ ਠੱਗੀ ਵਾਲਾ ਕੰਮ ਹੋਵੇ, 550 ਰੁਪਏ ਦਾ ਇੱਕ ਕਿੱਟ ਦੇਤੀ, ਕਿੰਨੇ ਕਰੋੜਾਂ ਲੋਕਾਂ ਨੂੰ ਤੁਸੀਂ ਵੇਚਣੀ ਹੈ ਤੇ ਪ੍ਰੋਫਿਟ ਗੇਨ ਕਰਨ ਵਾਸਤੇ, ਤਾਂ ਮੈਂ ਸਮਝਦਾ ਉਹ ਨਾ ਮਾਫੀ ਯੋਗ ਜੁਰਮ ਕੀਤਾ। ਨਾ ਮਾਫੀ ਯੋਗ ਜੁਰਮ ਹੈ। ਖਾਸ ਕਰ ਇੱਕ ਤਾਂ ਇੰਟਰਨੈਸ਼ਨਲ ਯੋਗ ਡੇ 21 ਜੂਨ ਨੂੰ ਅਸੀਂ ਮਨਾ ਕੇ ਹਟੇ ਹਾਂ ਤਾਜ਼ਾ, ਤੇ ਦੂਜਾ ਜਿਹੜਾ ਤੁਸੀਂ ਖੰਘ ਤੇ ਬੁਖਾਰ ਦੀ ਦਵਾਈ ਜਿਹੜੀ ਹੈ ਜੋ ਦੋ ਪ੍ਰੋਮੀਨੈਂਟ ਸਿੰਪਟਮ ਨੇ ਕੋਰੋਨਾ ਦੇ, ਤੁਸੀਂ ਇਹ ਕਹਿ ਦਿੰਦੇ ਕਿ ਇਹ ਦੋ ਸਿੰਪਟਮ ਦੀ ਬਿਮਾਰੀ ਦੀ ਦਵਾਈ ਹੈ, ਇਹ ਦੋ ਬਿਮਾਰੀਆਂ ਤੁਹਾਡੀ ਠੀਕ ਹੋ ਜਾਂਦੀਆਂ, ਤੁਹਾਡਾ ਅੱਧਾ ਕਰੋਨਾ ਠੀਕ ਹੋ ਜਾਂਦਾ। ਇਹਨਾਂ ਨੇ ਇਮਿਊਨ ਬੂਸਟਰ ਦੇ ਨਾਮ ਤੇ ਹੀ ਇਹਦੀ ਰਜਿਸਟ੍ਰੇਸ਼ਨ ਕਰਾਈ ਹੈ ਉੱਤਰਾਖੰਡ ਗਵਰਨਮੈਂਟ ਤੋਂ। ਉਹਦੇ ਵਿੱਚ ਇਹਨਾਂ ਨੇ ਕਿਤੇ ਵੀ ਕਰੋਨਾ ਦਾ ਜ਼ਿਕਰ ਨਹੀਂ ਕੀਤਾ, ਪਰ ਨਾ ਉਹਦਾ ਕੋਰੋਨਲ ਰੱਖਤਾ, ਕੋਰੋਨਲ ਕਰ ਦਿੱਤਾ। ਗੁੰਮਰਾਹ ਜਿਹੜਾ ਮੈਂ ਦੱਸਣਾ ਚਾਹੁੰਦਾ ਨੀਲ ਜੀ ਵੀ ਸਾਡੀ ਜਿਹੜੀ ਹੋਮਿਓਪੈਥਿਕ ਦੀ ਐਡਵਾਈਜ਼ਰੀ ਇੱਕ ਗਵਰਨਮੈਂਟ ਆਫ ਇੰਡੀਆ ਨੇ 29 ਜਨਵਰੀ ਨੂੰ ਰਿਲੀਜ਼ ਕੀਤੀ ਸੀ, ਉਹਦੇ ਵਿੱਚ ਵੀ ਇੱਕ ਹੋਮਿਓਪੈਥੀ ਦੀ ਦਵਾਈ ਆਰਸੈਨਿਕ ਐਲਬਮ ਬਾਰੇ ਕਿਹਾ ਗਿਆ ਸੀ ਕਿ ਇਹ ਪ੍ਰੀਵੈਂਟਿਵ ਤੌਰ ਤੇ ਦਿੱਤੀ ਜਾ ਸਕਦੀ, ਪਰ ਉੱਥੇ ਸਪੈਸ਼ਲੀ ਗਵਰਨਮੈਂਟ ਨੇ ਮੈਂਸ਼ਨ ਕੀਤਾ ਸੀਗਾ ਕਿ ਇਹ ਇਮਿਊਨ ਬੂਸਟਰ ਹੈ, ਇਹਨੂੰ ਇਲਾਜ ਨਾ ਸਮਝਿਆ ਜਾਵੇ, ਨਾ ਇਹਨੂੰ ਪ੍ਰੀਵੈਂਟਿਵ ਸਮਝਿਆ ਜਾਵੇ ਕਿਤੇ ਹੋਰ ਆਪਾਂ ਸੋਚੀਏ। ਕਿਉਂਕਿ ਦੇਖੋ ਜਦੋਂ ਸਾਨੂੰ ਇਹ ਹੋ ਜਾਂਦਾ ਹੈ ਕਿ 100% ਸਾਡੇ ਕੋਲ ਇਲਾਜ ਹੈਗਾ, ਅਸੀਂ ਅਵੇਸਲੇ ਹੋ ਜਾਂਦੇ ਹਾਂ ਕਿ ਸਾਡੇ ਕੋਲ ਇਲਾਜ ਹੈਗਾ, ਆਪਾਂ ਪਰਹੇਜ਼ ਰੱਖਣੋਂ ਰੁਕ ਜਾਂਦੇ ਹਾਂ ਤਾਂ ਉਹਦੇ ਨਾਲ ਬਿਮਾਰੀ ਸਾਡੇ ਉੱਤੇ ਹਾਵੀ ਹੋ ਸਕਦੀ ਹੈ। ਜੀ ਮੈਂ ਹੁਣ ਥੋੜਾ ਜਿਹਾ ਆਪਾਂ ਇਹਨੂੰ ਥੋੜਾ ਵਿਸਥਾਰ ਦੇ ਲਈਏ, ਕਿਉਂਕਿ ਮੇਨ ਆਪਾਂ ਜੋ ਮੁੱਦਾ ਸੀ ਉਹ ਆਪਾਂ ਨਿਪਟਾ ਲਿਆ ਕਿ ਬਾਬਾ ਰਾਮਦੇਵ ਨੇ ਜੋ ਪਤੰਜਲੀ ਦੇ ਤਹਿਤ ਬ੍ਰਾਂਡ ਦੇ ਤਹਿਤ ਕੋਰੋਨਿਲ ਨਾਂ ਦੀ ਦਵਾਈ ਨੂੰ ਇਹ ਕਹਿ ਕੇ ਪ੍ਰਚਾਰਿਆ ਸੀ ਕਿ ਇਸ ਨਾਲ ਜਿਹੜਾ ਹੈ ਕਰੋਨਾ 5-6 ਦਿਨਾਂ 'ਚ ਭੱਜ ਜੂਗਾ, ਜਦਕਿ ਉਹ ਇਹ ਵੀ ਭੁੱਲ ਗਏ ਕਿ ਕੁਆਰੰਟਾਈਨ ਟਾਈਮ ਜਿਹੜਾ ਹੈਗਾ ਉਹ ਵੀ 14 ਤੋਂ 21 ਦਿਨ ਹੈ, ਆਈਸੋਲੇਸ਼ਨ ਟਾਈਮ ਵੀ ਲਗਭਗ ਇੰਨਾ ਹੈ, ਤੇ ਇੰਨੇ 'ਚ ਤਾਂ ਬੰਦਾ ਵੈਸੇ ਹੀ ਜਿਹੜਾ ਹੈਗਾ ਦੂਜੀ ਵਾਰ ਟੈਸਟ ਹੋਣ ਤੋਂ ਬਾਅਦ ਜਿਹੜਾ ਅਗਰ ਪਲਾਜ਼ਮਾ ਵੀ ਲੈਣਾ ਹੈ ਤਾਂ ਉਹ ਵੀ 14 ਦਿਨ ਬੰਦੇ ਦੇ ਠੀਕ ਹੋਣ ਤੋਂ ਬਾਅਦ 2 ਵਾਰ ਟੈਸਟ ਲੈ ਕੇ ਤਾਂ ਵੀ ਪਲਾਜ਼ਮਾ ਲਿੱਤਾ ਜਾਂਦਾ। ਪਲਾਜ਼ਮਾ ਥੈਰੇਪੀ ਜਿਹੜੀ ਆਪਾਂ ਜਿਹਦਾ ਇੱਕ ਬੰਦੇ ਦਾ ਖੂਨ ਕੱਢ ਕੇ 3 ਜਾਂ 4 ਬੰਦਿਆਂ ਨੂੰ ਚੜਾਇਆ ਜਾਂਦਾ ਤੇ ਉਸ ਨੂੰ ਐਂਟੀਬਾਇਓਟਿਕ ਜਿਹੜਾ ਦੇ ਤੌਰ ਤੇ ਐਂਟੀਡੋਟ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਵਰਤਿਆ ਜਾਣ ਲੱਗ ਪਿਆ। ਪੰਜਾਬ 'ਚ ਵੀ 1-2 ਕੇਸ ਠੀਕ ਹੋਏ ਨੇ। ਆਪਾਂ ਜੇਕਰ ਕਰੋਨਾ ਮਹਾਮਾਰੀ ਦੀ ਗੱਲ ਕਰੀਏ, ਕਰੋਨਾ ਵਾਇਰਸ ਦੀ ਗੱਲ ਕਰੀਏ, ਐਜ ਏ ਹੋਮਿਓਪੈਥ ਜਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਪ੍ਰੈਕਟਿਸ ਕਰਦੇ ਵੀ ਆ ਰਹੇ ਹੋ ਇਸ ਫੀਲਡ ਦੇ ਵਿੱਚ, ਤੁਸੀਂ ਕੀ ਲੋਕਾਂ ਨੂੰ ਗਾਈਡ ਕਰਨਾ ਚਾਹੋਗੇ ਕੌਮਾਂਤਰੀ ਪੱਧਰ ਦੇ ਉੱਤੇ ਕਿ ਕਿਸ ਤਰ੍ਹਾਂ ਦੇ, ਕਿਉਂਕਿ ਜਿਹੜਾ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਨਾ ਕਿ ਆਪਾਂ ਆਮ ਬਿਮਾਰੀ 'ਚ ਵੀ ਕਹਿ ਦਿੰਦੇ ਸੀ ਕਿ ਇਲਾਜ ਨਾਲੋਂ ਬਚਾਅ ਭਲਾ, ਮੇਰੇ ਖਿਆਲ ਇੱਥੇ 100% ਢੁਕਦਾ ਹੈ। ਬਿਲਕੁਲ ਇਹਦੇ 'ਚ ਬਚਾਅ ਜਿਹੜਾ ਆਪਾਂ ਇੰਨੇ ਸਦੀਆਂ ਤੋਂ ਇਹ ਗੱਲ ਆਪਾਂ ਕਹਿੰਦੇ ਆ ਰਹੇ ਹਾਂ ਹਰ ਇੱਕ ਬੰਦੇ ਨੂੰ ਕਿ ਇਲਾਜ ਨਾਲੋਂ ਬਚਾਅ ਭਲਾ, ਇਸ 'ਚ ਬਚਾਅ ਹੀ ਭਲਾ ਲੈ ਦੇ ਕੇ। ਸੋ ਕਿਸ ਤਰ੍ਹਾਂ ਦੇ ਬਚਾਅ ਲੋਕਾਂ ਨੂੰ ਰੱਖਣੇ ਚਾਹੀਦੇ ਆ? ਬਚਾਓ ਇਹ ਹੈਗਾ ਕਿ ਸਾਨੂੰ ਆਪਣੀ ਦੇਖੋ ਇਹ ਬਿਮਾਰੀ ਦੇ ਨਾਲ ਲੜਨ ਵਾਸਤੇ ਆਪਾਂ ਨੂੰ ਸਾਡੇ ਸਰੀਰ ਦੇ ਵਿੱਚ ਹੀ ਇੱਕ ਜਿਹੜੀ ਇਮਿਊਨਿਟੀ ਆ ਜਿਹਨੂੰ ਅਸੀਂ ਕਹਿੰਦੇ ਆ ਤਾਕਤ, ਉਹਨੂੰ ਬੂਸਟ ਕਰਨ ਦੀ ਲੋੜ ਆ, ਉਹਨੂੰ ਤਗੜਾ ਕਰਨ ਦੀ ਲੋੜ ਆ। ਉਹਦੇ ਲਈ ਖੁਰਾਕ ਅੱਛੀ ਲਓ। ਦੂਸਰਾ ਜਿਹੜੇ ਪ੍ਰੀਕਾਸ਼ਨਸ ਦੱਸੇ ਗਏ ਨੇ, ਗਾਈਡਲਾਈਨਸ ਨੇ, ਉਹਨਾਂ ਨੂੰ ਫੋਲੋ ਕਰੋ। ਜਿਵੇਂ ਹੱਥਾਂ ਨੂੰ ਬਾਰ-ਬਾਰ ਧੋਣਾ ਸਾਬਣ ਦੇ ਨਾਲ ਤਾਂ ਕਿ ਸਾਡੇ ਮੂੰਹ ਨੂੰ ਇਹ ਜਿਹੜੇ ਹੱਥ ਨੇ ਬਾਰ-ਬਾਰ ਕੇ ਟੱਚ ਨਾ ਹੋ ਜਾਣ, ਜਿਹਦੇ ਨਾਲ ਇਨਫੈਕਟ ਨਾ ਹੋ ਜਾਈਏ। ਇੱਕ ਸੋਸ਼ਲ ਡਿਸਟੈਂਸਿੰਗ, ਇੱਕ ਦੂਸਰੇ ਤੋਂ ਫਾਸਲਾ ਰੱਖ ਕੇ ਬੈਠਣਾ, ਮਿਲਣਾ ਤੇ ਟੱਚ ਨਹੀਂ ਕਰਨਾ। ਤੇ ਜਦੋਂ ਵੀ ਤੁਸੀਂ ਮਾਰਕੀਟ 'ਚ ਜਾਂਦੇ ਹੋ ਤਾਂ ਤੁਸੀਂ ਮਾਸਕ ਪਾ ਕੇ ਜਾਓ ਆਪਣਾ, ਸੋ ਦੈਟ ਤੁਹਾਨੂੰ ਕਿਸੇ ਤਰ੍ਹਾਂ ਦਾ ਬਾਹਰੋਂ ਪ੍ਰਦੂਸ਼ਣ ਤੁਹਾਡੇ ਅੰਦਰ ਨਾ ਜਾ ਸਕੇ, ਬਿਮਾਰੀ ਦੇ ਕੋਈ ਲੱਛਣ ਜਿਹੜੇ ਤੁਹਾਨੂੰ ਇਨਫੈਕਟ ਨਾ ਤੁਸੀਂ ਹੋ ਜਾਓ। ਔਰ ਜਿਹੜੀ ਮੇਨ ਗੱਲ ਹੈਗੀ ਹੋਗੀ ਤੁਹਾਡੀ ਡਾਈਟ ਅੱਛੀ ਲਓ ਔਰ ਈਜ਼ੀਲੀ ਡਾਈਜੈਸਟ ਹੋਣ ਵਾਲੀ ਡਾਈਟ ਲਓ। ਆਪਣੇ ਲਿਵਰ ਔਰ ਮਿਹਦੇ ਨੂੰ ਜਿਹੜਾ ਹੈਗਾ ਸਟਰੋਂਗ ਰੱਖਣ ਦੀ ਕੋਸ਼ਿਸ਼ ਕਰੋ, ਚਾਹੇ ਉਹ ਹੋਮਿਓਪੈਥੀ ਨਾਲ ਰੱਖ ਲਓ, ਚਾਹੇ ਆਯੁਰਵੇਦ ਨਾਲ ਰੱਖ ਲਓ, ਚਾਹੇ ਕਿਸੇ ਵੀ ਦਵਾਈ ਦੇ ਨਾਲ ਦੇਸੀ ਤਰੀਕੇ ਨਾਲ ਕਰ ਲਓ, ਯੋਗਾ ਨਾਲ ਕਰ ਲਓ। ਜਦ ਤੱਕ ਤੁਹਾਡਾ ਮਿਹਦਾ ਔਰ ਤੁਹਾਡਾ ਲਿਵਰ ਔਰ ਤੁਹਾਡੇ ਜਿਹੜੇ ਬਾਕੀ ਦੇ ਵਾਈਟਲਸ ਨੇ ਉਹ ਨਾਰਮਲ ਰਹਿਣਗੇ, ਤੁਹਾਡੀ ਬਾਡੀ ਦੇ ਵਿੱਚ ਜਿਹੜਾ ਹੈਗਾ ਲੜਾਈ ਬਿਮਾਰੀ ਦੇ ਨਾਲ ਲੜਨ ਦੀ ਸ਼ਕਤੀ ਜਿਹੜੀ ਉਹ ਤਗੜੀ ਰਹੇਗੀ। ਐਕਸਰਸਾਈਜ਼ ਜ਼ਰੂਰ ਕਰੋ। ਐਕਸਰਸਾਈਜ਼ ਕਰਨ ਦੇ ਨਾਲ ਕੀ ਹੈ, ਤੁਹਾਡੇ ਵਿੱਚ ਵੈਸੇ ਹੀ ਇੱਕ એનર્ਜੀ ਪੈਦਾ ਹੋ ਜਾਂਦੀ ਹੈ ਜਿਹਦੇ ਨਾਲ ਤੁਸੀਂ ਮਤਲਬ ਫੁੱਲ ਆਪਣੇ ਆਪ ਨੂੰ એનર્ਜੈਟਿਕ ਵੀ ਫੀਲ ਕਰਦੇ ਹੋ। ਔਰ ਇੱਕ ਮੈਂ ਜਿਹੜੀ ਵੱਡੀ ਗੱਲ ਕਹਿਣੀ ਚਾਹੁੰਦਾ ਉਹ ਹੈਗਾ ਕਿ ਨਫ਼ਰਤ ਨਾ ਕਰੋ। ਨਫ਼ਰਤ ਨਾ ਕਰੋ। ਜਿਹੜੇ ਵੀ ਕਿਸੇ ਵਿਅਕਤੀ ਨੂੰ ਅਗਰ ਹੋਗੀ ਪ੍ਰੋਬਲਮ ਤਾਂ ਇਹ ਨਾ ਸੋਚੋ ਕਿ ਇਹ ਜਿਹੜਾ ਹੈਗਾ ਇਹ ਕੋਈ ਕੋੜੀ ਹੈ ਜਾਂ ਕੋਈ ਅਸੀਂ ਇਹਦੇ ਬਿਲਕੁਲ ਲਾਗੀ ਹੈ, ਇਹਨੂੰ ਅਸੀਂ ਸੋਸ਼ਲ ਡਿਸਟੈਂਸਿੰਗ ਵਰਡ ਨੂੰ ਮੈਂ ਨੀਲ ਜੀ ਇੱਥੇ ਅਮੈਂਡ ਕਰਨਾ ਚਾਹੁੰਦਾ ਕਿ ਫਿਜ਼ੀਕਲ ਡਿਸਟੈਂਸਿੰਗ ਹੋਣੀ ਚਾਹੀਦੀ ਸੀ। ਸੋਸ਼ਲ ਡਿਸਟੈਂਸਿੰਗ ਪਹਿਲਾਂ ਜਿਹੜੀ ਟਰਮ ਗਲਤੀ ਪਰ ਉਹ ਚੱਲੀ ਜਾ ਰਹੀ ਹੈ, ਇਸ ਕਰਕੇ ਉਹਨੂੰ ਰੋਕਿਆ ਨਹੀਂ ਜਾ ਸਕਿਆ। ਪਰ ਇੱਥੇ ਸਮਾਜਿਕ ਦੂਰੀ ਵਧਾਉਣ ਦੀ ਬਜਾਏ ਸਾਨੂੰ ਫਿਜ਼ੀਕਲ ਦੂਰੀ ਵਧਾਉਣ ਦੀ ਲੋੜ ਹੈ। ਇੱਕ ਦੂਜੇ ਤੋਂ ਵਿੱਥ ਰੱਖ ਕੇ ਚੱਲਣੀ ਜ਼ਰੂਰੀ ਹੈ ਜਿਹੜੀ ਬਚਾਅ ਕਰਦੇ ਹੋਏ ਸਰੀਰਕ ਦੂਰੀ ਰੱਖਣੀ। ਜਾਂਦੇ
ਤੁਸੀਂ ਕੁਝ ਅਗਰ ਆਪਣੇ ਵੱਲੋਂ ਕਹਿਣਾ ਚਾਹੋ ਕਿ ਜਿਹੜੀਆਂ ਹੋਮਿਓਪੈਥ ਬੀਂਗ ਹੋਮਿਓਪੈਥ ਕਿ ਕਿਹੜੀਆਂ ਤੁਹਾਡੇ ਹੋਮਿਓਪੈਥੀ ਦੇ ਵਿੱਚ ਉਹ ਦਵਾਈਆਂ ਨੇ ਜਿਹੜੀਆਂ ਦੂਰ ਦਰਾਡੇ ਬੈਠੇ ਸਾਡੇ ਸਰੋਤੇ ਦਰਸ਼ਕ ਨੇ, ਜੇਕਰ ਉਹਨਾਂ ਦੀ ਪਹੁੰਚ 'ਚ ਹੋਣ ਤਾਂ ਉੱਥੋਂ ਉਹ ਆਪਣੀ ਇਮਿਊਨਿਟੀ ਨੂੰ ਬੂਸਟ ਕਰਨ ਵਾਸਤੇ, ਆਪਣੇ ਲਿਵਰ ਤੇ ਆਪਣੇ ਹੋਰ ਜਿੰਨਾ ਤੰਤਰ ਹੈ, ਆਪਣਾ ਪਾਚਨ ਪ੍ਰਕਿਰਿਆ ਹੈਗੀ ਆ, ਹੋਰ ਹੈ, ਆਪਣੇ ਆਪ ਨੂੰ ਸਹੀ ਰੱਖਣ ਵਾਸਤੇ ਉਹ ਕਿਹੜੀਆਂ ਦਵਾਈਆਂ ਜਿਹੜੀਆਂ ਪ੍ਰੋਮੀਨੈਂਟਲੀ ਸੇਫਲੀ ਲੋਕ ਲੈ ਸਕਦੇ ਨੇ? ਦੇਖੋ, ਮੈਂ ਫਿਰ ਉਸੇ ਗੱਲ ਤੇ ਆ ਜਾਣਾ ਕਿ ਜਿਹੜੇ ਮੇਰੇ ਮੂੰਹੋਂ ਕੋਈ ਵੀ ਗੱਲ ਗਈ ਜਿਹੜੀ ਹੈ ਇੱਥੇ ਉਹ ਅਨੈਥਿਕਲ। ਅਸੀਂ ਇਹ ਨਹੀਂ ਕਹਿੰਦੇ ਕਿ ਉਹਦੇ ਨਾਲ ਕਰੋਨਾ ਠੀਕ ਹੋਏਗਾ। ਮੈਂ ਦੱਸਦਾ ਇੱਥੇ ਕੀ ਹੈ ਕਿ ਹੋਮਿਓਪੈਥੀ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇੱਕ ਦਵਾਈ ਐਡਵਾਈਜ਼ਰੀ ਜਾਰੀ ਕੀਤੀ ਸੀ ਆਰਸੈਨਿਕ ਐਲਬਮ 30 ਦੀ, ਔਰ ਉਹ ਮੈਡੀਸਿਨ ਜਿਹੜੀ ਹੈ ਤੁਸੀਂ ਸਵੇਰ ਖਾਲੀ ਪੇਟ 3 ਦਿਨ ਰੈਗੂਲਰ ਲਓ। ਉਸ ਤੋਂ ਬਾਅਦ ਤੁਸੀਂ 15-20 ਦਿਨ ਬਾਅਦ ਜੇ ਮਹਾਮਾਰੀ ਦਾ ਦੌਰ ਚੱਲ ਰਿਹਾ ਤੁਸੀਂ ਦੁਬਾਰਾ ਰਿਪੀਟ ਕਰ ਸਕਦੇ ਹੋ। ਇਹ ਹੈਗੀ ਹੈ ਇੱਕ ਇਮਿਊਨ ਬੂਸਟਰ ਦੇ ਨਾਤੇ, ਇਹਨੂੰ ਇਲਾਜ ਨਾ ਸਮਝਿਆ ਜਾਵੇ, ਨਾ ਇਹ ਪ੍ਰੀਵੈਂਟਿਵ ਹੈ ਨਾ ਇਹ ਕਿਊਰੇਟਿਵ ਹੈ। ਆਰਸੈਨਿਕ ਐਲਬਮ 30 ਔਰ ਇਹਦੀ ਗਵਰਨਮੈਂਟ ਆਫ ਇੰਡੀਆ ਦੀ ਐਡਵਾਈਜ਼ਰੀ ਹੈ ਬਕਾਇਦਾ, ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ। ਜੀ। ਦੂਸਰੀ ਗੱਲ ਇਹ ਹੈਗੀ ਹੈ ਕਿ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਆਪਾਂ ਆਪਣੀ ਖੁਰਾਕ ਅੱਛੀ ਰੱਖਾਂਗੇ, ਆਪਣਾ ਮਿਹਦਾ ਠੀਕ ਰਹੂ। ਜਿਸ ਤਰ੍ਹਾਂ ਹੁਣ ਕਿਸੇ ਪੇਸ਼ੈਂਟ ਨੂੰ ਐਸਿਡਿਟੀ ਦੀ ਪ੍ਰੋਬਲਮ ਆ, ਉਹਨੂੰ ਆਪਣੀ ਚਾਹ ਵਗੈਰਾ ਅਵੋਇਡ ਕਰਨੀ ਚਾਹੀਦੀ ਹੈ, ਔਰ ਸਿਗਰਟ ਮੇਰੇ ਖਿਆਲ ਚ ਬਿਲਕੁਲ ਤੋਂ ਅਵੋਇਡ ਕਰਨਾ ਚਾਹੀਦਾ। ਬਾਕੀ ਤੁਸੀਂ ਗ੍ਰੀਨ ਟੀ ਬਹੁਤ ਅੱਛੀ ਹੈ, ਔਰ ਸ਼ਹਿਦ ਜਿਹੜਾ ਹੈ ਗ੍ਰੀਨ ਟੀ ਦੇ ਨਾਲ ਉਹ ਵੀ ਲੈ ਸਕਦੇ ਹੋ। ਲੌਂਗ ਇੱਕ ਬਹੁਤ ਵਧੀਆ ਡਾਈਜੈਸਟਿਵ ਹੈਗਾ ਸਬਸਟੈਂਸ ਹੈ ਤੇ ਉਹਦੇ ਨਾਲ ਵੀ ਤੁਸੀਂ ਆਪਣੀ ਇਮਿਊਨਿਟੀ ਬੂਸਟ ਕਰ ਸਕਦੇ ਹੋ। ਗਾਰਲਿਕ ਔਰ ਪਿਆਜ਼ ਇਹ ਵੀ ਬਹੁਤ ਅੱਛੇ, ਮਤਲਬ ਕਿ ਅਦਰਕ, ਲਸਣ ਇਹ ਬਹੁਤ ਮਤਲਬ ਇਹਦੇ ਵਿੱਚ ਹੈਲਪਫੁਲ ਹੈ ਫॉर ਯੂਰ ਇਮਿਊਨਿਟੀ। ਤੇ ਬਾਕੀ ਮੈਂ ਤਾਂ ਇਹੀ ਕਹਾਂਗਾ ਕਿ ਜਦੋਂ ਤੁਹਾਨੂੰ ਲੱਗੇ ਕਿ ਥੋੜਾ ਬਹੁਤਾ ਗਲਾ ਖਰਾਬ ਜਿਹਾ ਹੋ ਰਿਹਾ ਤਾਂ ਗਰਾਰੇ ਕਰੋ ਜਾਂ ਗਰਮ ਪਾਣੀ ਪੀਓ। ਗ੍ਰੀਨ ਟੀ ਤਾਂ ਪੱਕਾ ਹੀ ਬਣਾ ਲਓ ਕਿ ਤੁਸੀਂ 2 ਜਾਂ 3 ਵਾਰੀ ਦਿਨ 'ਚ ਲੈ ਸਕਦੇ ਹੋ। ਇੱਕ ਬਹਾਨੇ ਨਾਲ ਪਾਣੀ ਵੀ ਪੀਤਾ ਜਾਂਦਾ ਗਰਮ ਪਾਣੀ ਦੇ ਤੌਰ ਤੇ। ਤੇ ਇਹਦੇ ਲਈ ਹੋਰ ਕੋਈ ਮੈਂ ਜ਼ਿਆਦਾ ਇੱਕੋ ਗੱਲ ਕਹਾਂਗਾ ਕਿ ਪਰਹੇਜ਼ ਰੱਖੋ। ਪਰਹੇਜ਼ ਮੀਨਸ ਕੋਈ ਐਸੀ ਚੀਜ਼ ਨਾ ਖਾਓ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਲਿਵਰ ਖਰਾਬ ਹੈ, ਵੀ ਤੁਸੀਂ ਤਲੀ ਹੋਈ ਭਾਰੀ ਚੀਜ਼ ਅਵੋਇਡ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਟ੍ਰਾਈਗਲਿਸਰਾਈਡ ਜ਼ਿਆਦਾ ਨੇ, ਖੂਨ ਗਾੜਾ ਹੈ, ਤਾਂ ਫਿਰ ਵੀ ਤੁਸੀਂ ਜਿਹੜਾ ਤਲੀਆਂ ਚੀਜ਼ਾਂ ਜਿਹੜੀਆਂ ਨੇ ਮਿੱਠਾ ਘੱਟ ਲਓ। ਡਾਇਬੀਟਿਕ ਪੇਸ਼ੈਂਟਸ ਦਾ ਖਾਸ ਕਰਕੇ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ। ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਉਹ ਪੋਲਿਊਸ਼ਨ ਵਾਲੀ ਜਗ੍ਹਾ ਤੇ ਨਾ ਜਾਣ, ਸਮੋਕਿੰਗ ਛੱਡ ਦੇਣ। ਅਗਰ ਕੋਈ ਸਮੋਕ ਕਰਦਾ ਹੈ ਉਹਨੂੰ ਸਮੋਕਿੰਗ ਛੱਡ ਦੇਣੀ ਚਾਹੀਦੀ ਆ, ਕਿਉਂਕਿ ਇਸ ਬਿਮਾਰੀ ਦੇ ਵਿੱਚ ਸਿੱਧਾ ਅਸਰ ਜਿਹੜਾ ਰੈਸਪੀਰੇਟਰੀ ਟਰੈਕਟ ਤੇ ਹੈਗਾ। ਫੇਫੜੇ ਜਕੜੇ ਜਾਂਦੇ ਆ, ਬਲਗਮ ਗਾੜੀ ਹੋ ਜਾਂਦੀ ਹੈ, ਉਦੋਂ ਫਿਰ ਆਪਾਂ ਨੂੰ ਵੈਂਟੀਲੇਟਰਾਂ ਦੀ ਲੋੜ ਪੈਂਦੀ ਹੈ। ਇਹਨਾਂ ਚੀਜ਼ਾਂ ਦਾ ਬਚਾਅ ਜਿਹੜਾ ਹੈਗਾ ਤੁਸੀਂ ਆਪਣੇ ਆਪ ਹੀ ਕਰ ਸਕਦੇ ਹੋ। ਜੀ, ਇੱਕ ਜਾਂਦੇ ਜੇਕਰ ਕਿਉਂਕਿ ਪੂਰੀ ਦੁਨੀਆ ਦਾ ਇਹ ਸਵਾਲ ਹੈ ਕਿ ਇਹ ਜੋ ਮਹਾਮਾਰੀ ਹੈ, ਇਹ ਸੰਕਟ ਹੈ, ਇਹ ਕਿੰਨਾ ਚਿਰ ਹੋਰ ਜਿਹੜਾ ਹੈਗਾ ਪ੍ਰਵੇਲ ਕਰੇਗੀ, ਕਿੰਨਾ ਚਿਰ ਚੱਲੇਗੀ ਇਹ ਕੀ ਆਬਜ਼ਰਵੇਸ਼ਨ ਆ ਰਹੀ ਹੈ ਕੋਈ ਤੁਹਾਡੇ ਕੌਂਸਲ ਵੱਲੋਂ, ਮੈਡੀਕਲ ਹੋਮਿਓਪੈਥੀ ਕੌਂਸਲ ਵੱਲੋਂ ਜਾਂ ਕਿਸੇ ਹੋਰ ਵੱਲੋਂ? ਫਿਲਹਾਲ ਇਹਦੇ ਤੇ ਟਿੱਪਣੀ ਕਰਨੀ ਬਹੁਤ ਔਖੀ ਹੈ, ਪਰ ਲੇਕਿਨ ਇਹ ਜ਼ਰੂਰ ਹੈ ਕਿ ਇੱਕ ਵਾਰੀ ਹਰਡ ਇਮਿਊਨਿਟੀ ਬਣਦੀ ਹੁੰਦੀ ਹੈ। ਜਦੋਂ ਵੀ ਮਤਲਬ ਕਿ ਕੋਈ ਹਰਡ ਇਮਿਊਨਿਟੀ ਬਣ ਜਾਵੇ ਤਾਂ ਮਹਾਮਾਰੀ ਆਪਣੇ ਆਪ ਖਤਮ ਹੋ ਜਾਂਦੀ ਹੈ। ਹਰਡ ਇਮਿਊਨਿਟੀ ਮਤਲਬ ਕਿ ਭਾਈਚਾਰੇ ਦੇ ਵਿੱਚ ਜਿਹੜਾ ਹੈਗਾ ਲੋਕ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ। ਸੋ ਉਹ ਚੀਜ਼ ਹੋ ਵੀ ਰਹੀ ਹੈ ਕਈ ਜਗ੍ਹਾ ਤੇ, ਆਪਾਂ ਨੋਟ ਕਰਦੇ ਹਾਂ। ਜਿਵੇਂ ਮਤਲਬ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣੀ ਟੈਸਟਿੰਗ ਦੀ ਫੈਸਿਲਿਟੀ ਬਹੁਤ ਘੱਟ ਹੈ। ਟੈਸਟਿੰਗ ਦੀ ਫੈਸਿਲਿਟੀ ਘੱਟ ਹੋਣ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਕਰੋਨਾ ਦੇ ਪੇਸ਼ੈਂਟ ਐਕਚੁਅਲ 'ਚ ਕਿੰਨੇ ਨੇ। ਕਈ ਪੇਸ਼ੈਂਟ ਕੈਰੀਅਰ ਵੀ ਹੋ ਸਕਦੇ ਨੇ, ਪਰ ਲੇਕਿਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ। ਸੋ ਇਸ ਲਈ ਜ਼ਿਆਦਾਤਰ ਇਹਦਾ ਸਮਾਂ ਜਿਹੜਾ ਹੈਗਾ ਉਹ ਹੋ ਸਕਦਾ ਇਹ ਸਾਲ ਚੱਲ ਜਾਵੇ, ਹੋ ਸਕਦਾ ਇਹ 6 ਮਹੀਨੇ ਚੱਲੇ। ਇਹਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਜਾਂਦੀ। ਬਹੁਤ ਸ਼ੁਕਰੀਆ ਡਾਕਟਰ ਰਾਣੂ, ਸਾਡੇ ਨਾਲ ਬੜੇ ਹੋਏ ਸੀਗੇ, ਜੋ ਹੋਮਿਓਪੈਥੀ ਕੌਂਸਲ ਆਫ ਪੰਜਾਬ ਜਿਹੜੀ ਹੈਗੀ ਉਹਦੀ ਐਥੀਕਲ ਕਮੇਟੀ ਜਿਹੜੀ ਹੈ ਉਹਦੇ ਪ੍ਰੈਜ਼ੀਡੈਂਟ ਨੇ, ਜਿਨ੍ਹਾਂ ਨੇ ਬਾਬਾ ਰਾਮਦੇਵ ਤੇ ਪਤੰਜਲੀ ਬ੍ਰਾਂਡ ਵੱਲੋਂ ਜਿਹੜੀ ਕੋਰੋਨਿਲ ਨਾਂ ਦੀ ਦਵਾਈ ਇਹ ਕਹਿ ਕੇ ਪ੍ਰਚਾਰੀ ਗਈ ਸੀ ਕਿ ਇਹ ਕੋਰੋਨਾ ਦੀ ਦਵਾਈ ਹੈ, ਉਹਦਾ ਵਿਰੋਧ ਕੀਤਾ ਸੀ ਤੇ ਆਯੂਸ਼ ਮੰਤਰਾਲਾ ਜਿਹੜਾ ਕੇਂਦਰ ਸਰਕਾਰ ਦਾ ਹੈ ਉਹਨੂੰ ਈਮੇਲ ਰਾਹੀਂ ਸ਼ਿਕਾਇਤ ਕੀਤੀ ਸੀ। ਸੋ ਉਹਨਾਂ ਨੇ ਕਾਫੀ ਵਿਸਥਾਰ 'ਚ ਦੱਸਿਆ। ਜਾਂਦੇ ਅਸੀਂ ਤੁਹਾਡੇ ਤੋਂ ਵਿਦਾ ਲੈਣ ਤੋਂ ਪਹਿਲਾਂ ਮੇਰੇ ਖਿਆਲ 'ਚ ਆਪਾਂ ਇੱਕੋ ਹੀ ਗੱਲ ਕਹਿ ਸਕਦੇ ਹਾਂ ਕਿ ਗੁੰਮਰਾਹ ਤੋਂ ਬਚੋ ਤੇ ਆਪਣਾ ਬਚਾਅ ਰੱਖੋ। ਆਹ ਦੋ ਗੱਲਾਂ ਹੀ ਪੱਲੇ ਬੰਨ ਲਵੇ ਬੰਦਾ ਤਾਂ ਮੇਰੇ ਖਿਆਲ 'ਚ ਅੱਧਾ ਇਲਾਜ ਬੰਦੇ ਦਾ ਹੋ ਜਾਂਦਾ। ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ, ਬਹੁਤ ਸ਼ੁਕਰੀਆ ਦਰਸ਼ਕੋ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।